ਤਾਂ 2025 ਵਿੱਚ ਨਾ ਇੱਕ ਬਹੁਤ ਵੱਡੀ ਗੱਲ ਹੋਣ ਵਾਲੀ ਹੈ। ਭਾਰਤ ਦੀ ਸੁਪਰੀਮ ਕੋਰਟ 75 ਸਾਲਾਂ ਦੀ ਹੋ ਰਹੀ ਹੈ। ਪਰ ਰੁਕੋ, ਇਹ ਸਿਰਫ ਇੱਕ ਵਰ੍ਹੇਗੰਢ ਮਨਾਉਣ ਦੀ ਗੱਲ ਨਹੀਂ। ਇਹ ਤਾਂ ਉਸ ਸੰਸਥਾ ਦੇ ਸਫ਼ਰ ਦੀ ਕਹਾਣੀ ਹੈ ਜਿਸ ਨੇ ਸੱਚਮੁੱਚ ਭਾਰਤ ਦੇ ਲੋਕਤੰਤਰ ਨੂੰ ਘੜਿਆ ਹੈ। ਪਰ ਅਸਲ ਸਵਾਲ ਤਾਂ ਇਹ ਹੈ ਜਿਹੜਾ ਸੋਚਣ ਤੇ ਮਜਬੂਰ ਕਰਦਾ ਹੈ ਕਿ ਇੱਕ ਅਜਿਹੀ ਅਦਾਲਤ ਜਿਹੜੀ ਅਸਲ ਵਿੱਚ ਅੰਗਰੇਜ਼ਾਂ ਦੇ ਹਿੱਤਾਂ ਲਈ ਬਣਾਈ ਗਈ ਸੀ, ਉਹ ਆਖਰਕਾਰ ਭਾਰਤ ਦੇ ਆਪਣੇ ਸੰਵਿਧਾਨ ਦੀ ਸਭ ਤੋਂ ਵੱਡੀ ਰਖਵਾਲਾ ਕਿਵੇਂ ਬਣ ਗਈ? ਹੈ ਨਾ ਕਮਾਲ ਦੀ ਗੱਲ। ਚਲੋ ਇਸ ਦਾ ਜਵਾਬ ਲੱਭਣ ਲਈ ਇਸ ਦੇ ਇਤਿਹਾਸ ਨੂੰ ਫਰੋਲਦੇ ਹਾਂ। ਠੀਕ ਹੈ, ਤਾਂ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਬਹੁਤ ਪਿੱਛੇ, ਬ੍ਰਿਟਿਸ਼ ਰਾਜ ਦੇ ਸਮੇਂ ਤੋਂ। ਇਹ ਉਹ ਦੌਰ ਸੀ ਜਦੋਂ ਭਾਰਤ ਦੀ ਅੱਜ ਦੀ ਨਿਆਂ ਪ੍ਰਣਾਲੀ ਦੇ ਬੀਜ ਬੀਜੇ ਗਏ ਸੀ। ਤੇ ਇਹ ਸਾਰਾ ਕੁਝ ਸ਼ੁਰੂ ਹੋਇਆ ਸਾਲ 1773 ਵਿੱਚ। ਤਾਂ ਗੱਲ ਸ਼ੁਰੂ ਹੋਈ 1773 ਦੇ ਰੈਗੂਲੇਟਿੰਗ ਐਕਟ ਤੋਂ। ਇਸੇ ਐਕਟ ਦੇ ਤਹਿਤ ਕੈਲਕਟਾ ਵਿੱਚ ਪਹਿਲੀ ਵਾਰ ਇੱਕ ਸੁਪਰੀਮ ਕੋਰਟ ਬਣਾਈ ਗਈ। ਪਤਾ ਇਸ ਦੇ ਪਹਿਲੇ ਚੀਫ ਜਸਟਿਸ ਕੌਣ ਸਨ? ਸਰ ਐਲੀਜਾ ਇੰਪੇ। ਤੇ ਇਸ ਦਾ ਦਾਇਰਾ ਬੰਗਾਲ, ਬਿਹਾਰ ਤੇ ਉੜੀਸਾ ਤੱਕ ਫੈਲਿਆ ਹੋਇਆ ਸੀ। ਫਿਰ ਇਹ ਸਿਲਸਿਲਾ ਅੱਗੇ ਵਧਿਆ। 1800 ਵਿੱਚ ਬੰਬੇ ਤੇ ਫਿਰ 1834 ਵਿੱਚ ਮਦਰਾਸ ਵਿੱਚ ਵੀ ਅਜਿਹੀਆਂ ਹੀ ਅਦਾਲਤਾਂ ਬਣ ਗਈਆਂ। ਫਿਰ ਆਇਆ ਸਾਲ 1861 ਤੇ ਇੱਕ ਵੱਡਾ ਮੋੜ ਆਇਆ, ਇੰਡੀਅਨ ਹਾਈ ਕੋਰਟਸ ਐਕਟ। ਇਹ ਇੱਕ ਤਰ੍ਹਾਂ ਦਾ ਗੇਮ ਚੇਂਜਰ ਸੀ। ਇਸ ਐਕਟ ਨੇ ਕੀ ਕੀਤਾ? ਇਹਨਾਂ ਸਾਰੀਆਂ ਵੱਖ-ਵੱਖ ਸੁਪਰੀਮ ਕੋਰਟਾਂ ਨੂੰ ਖਤਮ ਕਰ ਦਿੱਤਾ ਤੇ ਉਹਨਾਂ ਦੀ ਥਾਂ ਤੇ ਬਣਾ ਦਿੱਤੀਆਂ ਹਾਈ ਕੋਰਟਾਂ। ਇਹ ਇੱਕ ਜ਼ਿਆਦਾ ਇਕਸਾਰ ਨਿਆਇਕ ਢਾਂਚੇ ਵੱਲ ਪਹਿਲਾ ਕਦਮ ਸੀ, ਭਾਵੇਂ ਸਭ ਕੁਝ ਹਾਲੇ ਵੀ ਅੰਗਰੇਜ਼ੀ ਹਕੂਮਤ ਦੇ ਹੱਥਾਂ ਵਿੱਚ ਸੀ। ਚਲੋ ਹੁਣ ਥੋੜਾ ਅੱਗੇ ਚੱਲਦੇ ਹਾਂ। ਵਸਤੀਵਾਦੀ ਦੌਰ ਨੂੰ ਪਿੱਛੇ ਛੱਡ ਕੇ ਆਪਾਂ ਪਹੁੰਚਦੇ ਹਾਂ ਆਜ਼ਾਦੀ ਤੋਂ ਠੀਕ ਪਹਿਲਾਂ ਵਾਲੇ ਸਮੇਂ ਵਿੱਚ। ਇਹ ਉਹ ਵੇਲਾ ਸੀ ਜਦੋਂ ਅੱਜ ਦੀ ਸੁਪਰੀਮ ਕੋਰਟ ਦੇ ਅਸਲ ਪੂਰਵਜ, ਮਤਲਬ ਕਿ ਉਸ ਦੇ ਮੁੱਢਲੇ ਢਾਂਚੇ ਨੇ ਜਨਮ ਲਿਆ। ਤੇ ਇਹ ਕੀ ਸੀ? ਇਹ ਸੀ ਫੈਡਰਲ ਕੋਰਟ ਆਫ ਇੰਡੀਆ। ਇਸ ਨੂੰ 1935 ਦੇ ਗਵਰਨਮੈਂਟ ਆਫ ਇੰਡੀਆ ਐਕਟ ਦੇ ਤਹਿਤ ਬਣਾਇਆ ਗਿਆ ਸੀ ਤੇ ਇਸ ਨੇ 1937 ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਕੰਮ ਬਿਲਕੁਲ ਸਾਫ਼ ਸੀ। ਇੱਕ ਤਾਂ ਹਾਈ ਕੋਰਟਾਂ ਤੋਂ ਆਉਣ ਵਾਲੀਆਂ ਅਪੀਲਾਂ ਨੂੰ ਸੁਣਨਾ ਤੇ ਦੂਜਾ ਕੇਂਦਰ ਤੇ ਸੂਬਿਆਂ ਦੇ ਆਪਸੀ ਝਗੜਿਆਂ ਨੂੰ ਨਿਪਟਾਉਣਾ। ਸਹੀ ਮਾਇਨਿਆਂ ਵਿੱਚ ਇਹ ਆਉਣ ਵਾਲੀ ਸੁਪਰੀਮ ਕੋਰਟ ਦਾ ਇੱਕ ਖਾਕਾ ਹੀ ਸੀ। ਤੇ ਫਿਰ ਉਹ ਇਤਿਹਾਸਕ ਪਲ ਆਇਆ, 26 ਜਨਵਰੀ 1950 ਭਾਰਤ ਦਾ ਸੰਵਿਧਾਨ ਲਾਗੂ ਹੁੰਦਾ ਹੈ ਤੇ ਠੀਕ 2 ਦਿਨ ਬਾਅਦ 28 ਜਨਵਰੀ 1950 ਨੂੰ ਫੈਡਰਲ ਕੋਰਟ ਦੀ ਥਾਂ ਲੈ ਲੈਂਦੀ ਹੈ ਸੁਪਰੀਮ ਕੋਰਟ ਆਫ ਇੰਡੀਆ। ਬਸ ਇਹੀ ਉਹ ਪਲ ਸੀ। ਇਹ ਭਾਰਤ ਦੀ ਆਪਣੀ ਸਭ ਤੋਂ ਵੱਡੀ ਅਦਾਲਤ ਦਾ ਜਨਮ ਸੀ। ਇੱਥੇ ਇੱਕ ਮਜ਼ੇਦਾਰ ਗੱਲ ਦੱਸਦਾ ਹੈ। ਸੁਪਰੀਮ ਕੋਰਟ ਦੀ ਸਭ ਤੋਂ ਪਹਿਲੀ ਬੈਠਕ ਪਤਾ ਕਿੱਥੇ ਹੋਈ ਸੀ? ਆਪਣੀ ਅੱਜ ਵਾਲੀ ਸ਼ਾਨਦਾਰ ਇਮਾਰਤ 'ਚ ਨਹੀਂ, ਬਲਕਿ ਸੰਸਦ ਭਵਨ ਦੇ ਚੈਂਬਰ ਆਫ ਪ੍ਰਿੰਸਸ ਵਿੱਚ। ਇਹ 1958 ਤੱਕ ਉੱਥੇ ਹੀ ਕੰਮ ਕਰਦੀ ਰਹੀ, ਜਦੋਂ ਇਸ ਨੂੰ ਆਪਣੀ ਮੌਜੂਦਾ ਇਮਾਰਤ ਮਿਲੀ। ਇਹ ਗੱਲ ਇਸ ਦੀ ਸਾਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਨਾ? ਤੇ ਕੀ ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਸ਼ੁਰੂਆਤ ਵਿੱਚ ਜੱਜ ਕਿੰਨੇ ਸਨ? ਸਿਰਫ 8। ਇੱਕ ਚੀਫ ਜਸਟਿਸ ਤੇ 7 ਹੋਰ ਜੱਜ। ਅੱਜ ਦੇ 34 ਜੱਜਾਂ ਦੇ ਮੁਕਾਬਲੇ ਸੋਚ ਕੇ ਦੇਖੋ। ਇਹ ਫਰਕ ਹੀ ਦੱਸਦਾ ਹੈ ਕਿ ਇਹ ਸੰਸਥਾ ਸਾਲਾਂ ਦੌਰਾਨ ਕਿੰਨੀ ਵੱਡੀ ਹੋ ਗਈ ਹੈ। ਸੋ ਆਜ਼ਾਦੀ ਤੋਂ ਬਾਅਦ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੁੰਦੀ ਹੈ। ਇਹ ਉਹ ਸਮਾਂ ਸੀ ਜਦੋਂ ਸੁਪਰੀਮ ਕੋਰਟ ਸਹੀ ਮਾਅਨਿਆਂ ਵਿੱਚ ਆਪਣੀ ਪਹਿਚਾਣ ਬਣਾਉਂਦੀ ਹੈ। ਹੁਣ ਗੱਲ ਸਿਰਫ ਕਾਨੂੰਨਾਂ ਦੀ ਵਿਆਖਿਆ ਕਰਨ ਤੱਕ ਸੀਮਿਤ ਨਹੀਂ ਸੀ। ਇਸ ਨੇ ਆਪਣੀ ਤਾਕਤ, ਆਪਣੇ ਮਕਸਦ ਨੂੰ ਖੁਦ ਪਰਿਭਾਸ਼ਿਤ ਕਰਨਾ ਸ਼ੁਰੂ ਕੀਤਾ ਤੇ ਸੱਚਮੁੱਚ ਸੰਵਿਧਾਨ ਦੇ ਇੱਕ ਰਖਵਾਲੇ ਵਜੋਂ ਉਭਰੀ। ਇਸ ਸਫ਼ਰ ਦਾ ਸ਼ਾਇਦ ਸਭ ਤੋਂ ਅਹਿਮ ਮੋੜ ਆਇਆ 1973 ਵਿੱਚ ਕੇਸਵਾਨੰਦ ਭਾਰਤੀ ਕੇਸ ਦੇ ਨਾਲ। ਇਸੇ ਕੇਸ ਨੇ ਸਾਨੂੰ ਦਿੱਤਾ ਬੁਨਿਆਦੀ ਢਾਂਚੇ ਦਾ ਸਿਧਾਂਤ। ਇਸ ਦਾ ਮਤਲਬ ਕੀ ਹੈ? ਸਿੱਧਾ ਜਿਹਾ ਮਤਲਬ ਇਹ ਹੈ ਕਿ ਸੰਸਦ ਭਾਵੇਂ ਸੰਵਿਧਾਨ ਨੂੰ ਬਦਲ ਸਕਦੀ ਹੈ, ਪਰ ਇਸ ਦੇ ਮੂਲ ਢਾਂਚੇ, ਇਸ ਦੀ ਨੀਂਹ ਨੂੰ ਹੱਥ ਨਹੀਂ ਲਾ ਸਕਦੀ। ਇਸ ਇੱਕ ਫੈਸਲੇ ਨੇ ਅਦਾਲਤ ਨੂੰ ਸੰਵਿਧਾਨ ਦੀ ਆਤਮਾ ਦੇ ਆਖਰੀ ਰਖਵਾਲੇ ਵਜੋਂ ਪੱਕਾ ਕਰ ਦਿੱਤਾ। ਅਤੇ ਇਸ ਤੋਂ ਬਾਅਦ ਤਾਂ ਅਦਾਲਤ ਨੇ ਆਪਣੀ ਭੂਮਿਕਾ ਨੂੰ ਹੋਰ ਵੀ ਵਿਕਸਿਤ ਕੀਤਾ। 80 ਦੇ ਦਹਾਕੇ ਵਿੱਚ ਅਸੀਂ PILs ਯਾਨੀ ਜਨਹਿਤ ਪਟੀਸ਼ਨਾਂ ਦਾ ਉਭਾਰ ਦੇਖਿਆ, ਜਿਸ ਨੇ ਇੱਕ ਤਰ੍ਹਾਂ ਨਾਲ ਆਮ ਆਦਮੀ ਲਈ ਇਨਸਾਫ ਦੇ ਦਰਵਾਜ਼ੇ ਖੋਲ੍ਹ ਦਿੱਤੇ। ਜੱਜਾਂ ਦੀ ਨਿਯੁਕਤੀ ਵਾਲਾ, ਜਿਸ ਤੇ ਅਕਸਰ ਬਹਿਸ ਹੁੰਦੀ ਹੈ, ਉਹ ਕੋਲੀਸ਼ੀਅਮ ਸਿਸਟਮ ਵੀ ਇਸੇ ਦੌਰ ਵਿੱਚ ਬਣਿਆ। ਫਿਰ ਆਇਆ ਤਕਨਾਲੋਜੀ ਦਾ ਦੌਰ ਕੋਰਟਸ ਦੇ ਨਾਲ, ਅਤੇ ਬੇਸ਼ੱਕ 2017 ਵਿੱਚ ਨਿਸ਼ਚਤਾ ਦੇ ਅਧਿਕਾਰ ਵਰਗੇ ਇਤਿਹਾਸਿਕ ਫੈਸਲੇ, ਜਿਨ੍ਹਾਂ ਨੇ ਨਾਗਰਿਕਾਂ ਦੇ ਹੱਕਾਂ ਨੂੰ ਬਹੁਤ ਮਜ਼ਬੂਤੀ ਦਿੱਤੀ। ਤੇ ਇਹ ਸਾਰੀਆਂ ਵੱਧਦੀਆਂ ਜ਼ਿੰਮੇਵਾਰੀਆਂ, ਖੈਰ ਇਹਨਾਂ ਦਾ ਅਸਰ ਅਦਾਲਤ ਦੇ ਆਕਾਰ ਤੇ ਵੀ ਸਾਫ਼ ਦਿਸਦਾ ਹੈ। 1950 ਵਿੱਚ ਸਿਰਫ 8 ਜੱਜਾਂ ਤੋਂ ਸ਼ੁਰੂ ਹੋ ਕੇ ਅੱਜ ਇਹ 34 ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ ਤੱਕ ਪਹੁੰਚ ਗਈ ਹੈ। ਇਹ ਵਾਧਾ ਆਪਣੇ ਆਪ ਵਿੱਚ ਦੇਸ਼ ਦੇ ਨਿਆਇਕ ਢਾਂਚੇ ਵਿੱਚ ਇਸ ਦੇ ਵੱਧੇ ਕੱਦ ਦੀ ਕਹਾਣੀ ਦੱਸਦਾ ਹੈ। ਤਾਂ ਫਿਰ ਇਸ 75 ਸਾਲਾਂ ਦੇ ਸ਼ਾਨਦਾਰ ਸਫ਼ਰ ਤੋਂ ਬਾਅਦ ਸੁਪਰੀਮ ਕੋਰਟ ਅੱਜ ਕਿੱਥੇ ਖੜੀ ਹੈ? ਆਓ ਇਸ ਦੀ ਵਿਰਾਸਤ ਤੇ ਇੱਕ ਝਾਤ ਮਾਰੀਏ। ਇਸ ਬਦਲਾਅ ਨੂੰ ਸੱਚਮੁੱਚ ਸਮਝਣ ਲਈ ਬਸ ਇੰਨਾ ਸੋਚੋ,
ਉਸ ਸਮੇਂ ਇਹ ਅੰਗਰੇਜ਼ੀ ਹਕੂਮਤ ਦਾ ਇੱਕ ਔਜ਼ਾਰ ਸੀ ਤੇ ਅੱਜ ਇਹ ਸੰਵਿਧਾਨ ਦੀ ਰਖਵਾਲਾ ਹੈ। ਇੱਕ ਸੀਮਿਤ ਦਾਇਰੇ ਤੋਂ ਨਿਕਲ ਕੇ ਇਹ ਦੇਸ਼ ਦੇ ਕਾਨੂੰਨ ਤੇ ਆਖਰੀ ਸ਼ਬਦ ਬਣ ਗਈ ਹੈ ਤੇ ਸਰਕਾਰੀ ਹਿੱਤਾਂ ਦੀ ਸੇਵਾ ਕਰਨ ਦੀ ਬਜਾਏ ਹੁਣ ਇਹ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰਦੀ ਹੈ। ਕਿੰਨਾ ਵੱਡਾ ਬਦਲਾਅ ਹੈ। ਇਸ ਪੂਰੇ ਸਫ਼ਰ ਨੂੰ ਨਾ ਇੱਕ ਹੀ ਲਾਈਨ ਵਿੱਚ ਬਿਆਨ ਕੀਤਾ ਜਾ ਸਕਦਾ ਹੈ, ਬਸਤੀਵਾਦੀ ਸੱਤਾ ਦੇ ਇੱਕ ਔਜ਼ਾਰ ਤੋਂ ਕਾਨੂੰਨ ਦੇ ਰਾਜ ਦੇ ਆਖਰੀ ਰਖਵਾਲੇ ਤੱਕ। ਬਸ ਇਹ ਇੱਕ ਲਾਈਨ ਸਭ ਕੁਝ ਕਹਿ ਜਾਂਦੀ ਹੈ। ਸੁਪਰੀਮ ਕੋਰਟ ਦੇ 75 ਸਾਲਾਂ ਦੇ ਸਫ਼ਰ ਦਾ ਪੂਰਾ ਨਿਚੋੜ। ਪਰ ਇਹ ਸਫ਼ਰ ਇੱਥੇ ਖਤਮ ਨਹੀਂ ਹੁੰਦਾ। 75 ਸਾਲਾਂ ਬਾਅਦ ਇਸ ਤੇਜ਼ੀ ਨਾਲ ਬਦਲਦੇ ਭਾਰਤ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਹੁਣ ਨਵੀਆਂ ਚੁਣੌਤੀਆਂ ਕਿਹੜੀਆਂ ਨੇ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਨੂੰ ਸਾਰਿਆਂ ਨੂੰ ਇਸ ਅਹਿਮ ਸੰਸਥਾ ਦੇ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ।